ਦੇਖੋ ਜੀ, ਸੈਂਟਰ ਸਰਕਾਰ ਨੂੰ ਤਜਰਬਾ ਸੀ ਭੁੱਖ ਹੜਤਾਲੀਆਂ ਨਾਲ ਨਜਿੱਠਣ ਦਾ, ਪਰ ਹੁਣ ਰੱਜ ਹੜਤਾਲੀਏ ਪਹੁੰਚ ਗਏ। ਤੜਕੇ ਲੱਗੀ ਜਾਂਦੇ ਆ, ਦੇਗਾਂ ਚੜੀਆਂ ਪਈਆਂ ਨੇ, ਤੜਕੀ ਖਾ ਕੇ ਚਾਰ ਪਰੌਂਠੇ ਮੱਗਰ ਵਰਗੇ ਗੀਜਾਂ 'ਚ ਬਦਾਮ ਹੁੰਦੇ ਤੇ ਖਾਂਬੀ ਮਾਰੀ ਜਾਂਦੇ। ਦਿੱਲੀ ਨੂੰ ਦਿੱਲੀ ਦੇ ਮੂੰਹ ਤੇ ਸਿੱਕਰੀ ਲਿਆਤੀ ਵੱਡੀ ਬੈਲਣ ਦੇ, ਜਕਾਰੇ ਨਾਰੇ ਤੇ ਲਲਕਾਰੇ ਤਿੰਨੇ ਇਕੱਠੇ ਹੋਏ ਫਿਰਦੇ ਤੇ ਦਿੱਲੀ ਸੁਣ ਕੇ ਮੂੰਹ ਉਹ ਬੱਕਰੀ ਵਰਗਾ ਕਰੀ ਬੈਠੀ ਹੈ ਜਿਹਦੇ ਥਣਾ ਦੇ ਝੋਲਾ ਚੜਾਇਆ ਹੁੰਦਾ। ਮਾਂਗਰ ਪੈ ਕੇ ਛੱਡਦੇ ਨਹੀਂ ਖੜਾ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ, ਦਲਜੀਤ ਦੋਸਾਂਝ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਦੋਸਤੋ, ਸਿੱਧੂ ਦਾ ਦੋਸਤ ਅਮਰਤਮਾਨ ਜੋ ਕਿ ਮੂਸਾ ਜੱਟ ਫਿਲਮ ਵਿੱਚ ਵੀ ਨਜ਼ਰ ਆਉਣ ਵਾਲਾ ਹੈ ਤੇ ਮਨਕੀਰ ਤੌਲਖ ਉਹ ਹਾਲ ਹੀ ਦਿੱਲੀ ਰਵਾਨਾ ਹੋ ਚੁੱਕੇ ਹਨ। ਪੰਜਾਬੀ ਸਿੰਗਰ ਤੇ ਕਿਸਾਨ ਜਥੇਬੰਦੀਆਂ ਦੀਆਂ ਹੁਣ ਅੱਗੇ ਦੀਆਂ ਗਤੀਵਿਧੀਆਂ ਸਾਡੇ ਤੇ ਆਧਾਰਿਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਦੋਸਤੋ ਇੱਕ ਖਾਸ ਗੱਲ ਦੱਸ ਦਈਏ ਕਿ ਜੋ ਸੈਲੀਬ੍ਰਿਟੀ ਮੋਦੀ ਦੇ ਹੱਕ ਵਿੱਚ ਟਵੀਟ ਕਰਦੇ ਨੇ ਜਾਂ ਆਪਣੇ ਲਾਈਵ ਵਿੱਚ ਜਾਂ ਕੋਈ ਪੋਸਟ ਪਾ ਕੇ ਉਹਨਾਂ ਬਾਰੇ ਚੰਗਾ ਬਿਆਨ ਦਿੰਦੇ ਹਨ, ਉਹਨਾਂ ਨੂੰ ਉਹ ਕਰਨ ਤੇ ਇੱਕ ਟਵੀਟ ਦੇ ਪੈਸੇ ਮਿਲਦੇ ਨੇ। ਇਹ ਖੁਲਾਸਾ ਤਾਂ ਨੈਸ਼ਨਲ ਮੀਡੀਆ ਪਹਿਲਾਂ ਹੀ ਕਰ ਚੁੱਕਾ ਹੈ। ਤੇ ਦੋਸਤੋ, ਮੁੱਦੇ ਦੀ ਗੱਲ ਤੇ ਆਉਂਦੇ ਆ ਪਾਇਲ ਰੋਹਤਾਗੀ, ਜਿਸ ਨੂੰ ਪਹਿਲਾਂ ਹੀ ਲੋਕ ਕਾਫੀ ਕੁਝ ਸੁਣਾ ਚੁੱਕੇ ਹਨ, ਪਰ ਮੈਡਮ ਤੇ ਕੋਈ ਅਸਰ ਨਹੀਂ ਹੋਇਆ। ਪਰ ਇੱਕ ਗੱਲ ਜੋ ਉਹ ਗਲਤ ਕਰ ਰਹੀ ਹੈ, ਇਸ ਨੂੰ ਧਰਮ ਨਾਲ ਜੋੜ ਕੇ। ਪਰ ਦੋਸਤੋ, ਇੱਥੇ ਆਪਾਂ ਕੋਈ ਧਰਮ ਬਾਰੇ ਗੱਲ ਨਹੀਂ ਕਰਾਂਗੇ। ਤੇ ਹਾਲ ਹੀ ਪਾਇਲ ਰੋਹਤਾਗੀ ਲਾਈਵ ਹੋਈ, ਜਿਸ ਵਿੱਚ ਉਸਨੇ ਵਰਲਡ ਬੈਂਕ ਦੇ ਸਾਬਕਾ ਅਰਥ ਸ਼ਾਸਤਰੀ ਜੋ ਪੂਰੇ ਵਰਲਡ ਦੀ ਇਕਨੋਮੀ ਦਾ ਅਧਿਐਨ ਕਰਦੇ ਹਨ, ਤੇ ਕੁਝ ਦਿਨ ਪਹਿਲਾਂ ਉਹਨਾਂ ਨੇ ਟਵੀਟ ਕਰਕੇ ਬਿਆਨ ਦਿੱਤਾ ਸੀ ਕਿ ਜੋ ਮੋਦੀ ਨੇ ਬਿੱਲ ਪਾਸ ਕੀਤੇ ਹਨ ਉਹ ਕਮਜ਼ੋਰ ਨੇ ਤੇ ਇਹ ਬਿੱਲ ਕਿਸਾਨਾਂ ਲਈ ਸਹੀ ਨਹੀਂ। ਇੰਨੇ ਵੱਡੇ ਇਕਨੋਮਿਸਟ ਨੂੰ ਵੀ ਪਾਇਲ ਰੋਹਤਾਗੀ ਨੇ ਗਲਤ ਦੱਸਦੇ ਕਿਹਾ ਕਿ ਇਹ ਪਬਲਿਸਿਟੀ ਪਾਲ ਰਿਹਾ। ਦਰਅਸਲ ਪਤਾ ਗੱਲ ਕੀ ਹੈ, ਜਿਹੜੇ ਵੀ ਇਸ ਮੁੱਦੇ ਤੇ ਆਪਣਾ ਬਿਆਨ ਦੇ ਰਹੇ ਹਨ, ਜੇ ਉਹ ਬਾਹਰਲਾ ਬੰਦਾ ਤਾਂ ਉਹ ਪਬਲਿਸਿਟੀ ਸਟੰਟ ਕਰ ਰਿਹਾ ਇਹ ਕਹਿ ਦਿੱਤਾ ਜਾਂਦਾ ਹੈ। ਜੇ ਕੋਈ ਇੰਡੀਆ ਤੋਂ ਹੀ ਹੈ ਉਸ ਨੂੰ ਖਾਲਿਸਤਾਨੀ ਅੱਤਵਾਦੀ ਕਹਿ ਦਿੱਤਾ ਜਾਂਦਾ ਹੈ। ਬਾਹਰਲੇ ਦੇਸ਼ਾਂ ਵਿੱਚ ਵੀ ਹੋ ਰਹੇ ਇਸ ਕਿਸਾਨੀ ਅੰਦੋਲਨ ਨੂੰ ਇਹ ਫਰਜ਼ੀ ਤੇ ਹੋਰ ਬਹੁਤ ਕੁਝ ਕਹਿ ਰਹੀ ਹੈ। ਇਸ ਦੀ ਪੋਸਟ ਹੇਠ ਇੱਕ ਵੀ ਕਮੈਂਟ ਇਸ ਦੇ ਪੱਖ ਵਿੱਚ ਨਹੀਂ ਆਉਂਦਾ, ਪਰ ਫਿਰ ਵੀ ਪਤਾ ਨਹੀਂ ਇੰਨਾ ਕੌਨਫੀਡੈਂਸ ਕਿੱਥੋਂ ਆ ਜਾਂਦਾ ਇੰਨੀ ਬੇਇੱਜ਼ਤੀ ਹੋਣ ਦੇ ਬਾਵਜੂਦ ਵੀ ਅਗਲਾ ਬਿਆਨ ਦੇਣ ਦਾ। ਸੋ ਇਕੱਲਾ ਪੰਜਾਬੀ ਸਿੰਗਰ ਇਸ ਨੂੰ ਜਵਾਬ ਦੇ ਚੁੱਕਾ ਹੈ, ਪਰ ਇਹ ਹਲੇ ਵੀ ਲੋਕਾਂ ਨੂੰ ਭੜਕਾਉਣ ਤੇ ਲੱਗੀ ਹੈ ਤੇ ਇਹਨਾਂ ਬਿੱਲਾਂ ਨੂੰ ਸਹੀ ਦੱਸ ਰਹੀ ਹੈ। ਕਿਸਾਨ ਤਾਂ ਇਹਨਾਂ ਬਾਰੇ ਇਹੀ ਕਹਿ ਚੁੱਕੇ ਹਨ, ਜੇ ਕਿਸੇ ਨੇ ਵੀ ਇਹਨਾਂ ਬਿੱਲਾਂ ਬਾਰੇ ਬਿਆਨ ਦੇਣੇ ਹਨ ਤਾਂ ਦਿੱਲੀ ਧਰਨੇ ਤੇ ਆ ਕੇ ਦਿਓ, ਫਿਰ ਉੱਥੇ ਲੋਕਾਂ ਦੀ ਪ੍ਰਤੀਕਿਰਿਆ ਤੋਂ ਪਤਾ ਲੱਗ ਹੀ ਜਾਵੇਗਾ ਕਿ ਕੌਣ ਸਹੀ ਹੈ ਤੇ ਕੌਣ ਗਲਤ। ਤੇ ਦੋਸਤੋ, ਦੂਜੇ ਪਾਸੇ ਕੰਗਣਾ ਰਣੌਤ ਉਹ ਕਿਸਾਨਾਂ ਬਾਰੇ ਮਾਮਲੇ ਦੇ ਨਾਲ ਹੁਣ ਹ੍ਰਿਤਿਕ ਰੋਸ਼ਨ ਨਾਲ ਵੀ ਪੰਗਾ ਲੈ ਰਹੀ ਹੈ। ਚਲੋ, ਆਪਾਂ ਕਿਸੇ ਦੇ ਨਿੱਜੀ ਮਾਮਲੇ ਬਾਰੇ ਕੁਝ ਨਹੀਂ ਕਹਿ ਰਹੇ, ਪਰ ਜੋ ਉਹ ਹਾਲ ਹੀ ਕਿਸਾਨਾਂ ਬਾਰੇ ਕਹਿ ਰਹੀ ਹੈ ਕਿ ਇਹ ਟੁਕੜੇ ਗਏ ਤੇ ਖਾਲਿਸਤਾਨੀ ਲੋਕ ਨੇ। ਪਰ ਜੋ ਜ਼ਿਕਰਯੋਗ ਗੱਲ ਹੈ ਕਿ ਕੱਲ ਕਿਸੇ ਨੈਸ਼ਨਲ ਮੀਡੀਆ ਵਾਲਿਆਂ ਨੇ ਇਹ ਨਹੀਂ ਦਿਖਾਇਆ ਕਿ ਕਿਸਾਨ ਉੱਥੇ ਮੀਂਹ ਵਿੱਚ ਕਿਵੇਂ ਰਹਿ ਰਹੇ ਹਨ। ਨੈਸ਼ਨਲ ਮੀਡੀਆ ਕੰਗਣਾ ਤੇ ਪਾਇਲ ਨੂੰ ਉਹ ਬਜ਼ੁਰਗ ਕਿਸਾਨ ਨਹੀਂ ਦਿਖੇ। ਕਿਸਾਨ ਅੰਦੋਲਨ ਵਿੱਚ ਪੀਜੇ ਦਾ ਲੰਗਰ, ਬਦਾਮ, ਪਿੰਨੀਆਂ ਤਾਂ ਦਿਖ ਰਹੀਆਂ ਹਨ, ਪਰ ਇਹਨਾਂ ਸਟਾਰਾਂ ਨੇ ਇੱਕ ਵੀ ਟਵੀਟ ਤੇ ਨੈਸ਼ਨਲ ਮੀਡੀਆ ਦੇ ਇੱਕ ਵੀ ਚੈਨਲ ਤੇ ਇਹ ਗੱਲ ਨਹੀਂ ਦਿਖਾਈ ਗਈ ਕਿ ਉਹਨਾਂ ਨੇ ਮੀਂਹ ਵਿੱਚ ਰਾਤ ਕਿਵੇਂ ਕੱਟੀ। ਇਹ ਉਹੀ ਲੋਕ ਨੇ ਜੋ 6 ਮਹੀਨੇ ਮਿਹਨਤ ਕਰਕੇ ਤੁਹਾਡੀ ਪਲੇਟ ਤੱਕ ਖਾਣਾ ਪਹੁੰਚਾਉਂਦੇ ਹਨ। ਤੁਸੀਂ ਲੋਕ ਇੰਨੇ ਇਕਿਰਤ ਕਣ ਕਿਵੇਂ ਹੋ ਸਕਦੇ ਹੋ? ਦੋਸਤੋ, ਦਲਜੀਤ, ਨਿਮਰਤ ਖਹਿਰਾ, ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਨੂੰ ਜਦੋਂ ਇਹ ਪਤਾ ਲੱਗਿਆ ਕਿ ਨੈਸ਼ਨਲ ਮੀਡੀਆ ਨੇ ਇਹ ਖਬਰ ਲਾਈ ਹੈ ਕਿ ਕਿਸਾਨੀ ਅੰਦੋਲਨ ਵਿੱਚ ਪੀਜੇ ਦਾ ਲੰਗਰ ਕਿਉਂ ਲੱਗਿਆ ਤੇ ਇਹ ਸਵਾਲ ਉਠਾਇਆ ਕਿ ਇੰਨਾ ਫੰਡ ਆ ਕਿੱਥੋਂ ਰਿਹਾ ਹੈ, ਤਾਂ ਸਾਰਿਆਂ ਨੇ ਹੀ ਉਸ ਨੂੰ ਬਹੁਤ ਲਾਹਨਤਾਂ ਪਾਈਆਂ ਵੀ ਤੁਹਾਨੂੰ ਕਿਸਾਨ ਪੀਜ਼ੇ ਖਾਂਦੇ ਤਾਂ ਦਿਖ ਰਹੇ ਹਨ, ਇੰਨੀ ਠੰਡ ਵਿੱਚ ਮੀਂਹ ਵਿੱਚ ਬੈਠੇ ਕਿਸਾਨ ਉਹ ਕਿਉਂ ਨਹੀਂ ਦਿਖੇ। ਤੇ ਦੋਸਤੋ, ਇਸ ਨੈਸ਼ਨਲ ਮੀਡੀਆ ਵਾਲਿਆਂ ਨੂੰ ਕਿਸਾਨਾਂ ਕੋਲ ਆਈਫੋਨ ਕਿਵੇਂ ਆਇਆ, ਇਹਨਾਂ ਨੂੰ ਅੰਗਰੇਜ਼ੀ ਕਿਵੇਂ ਆਉਂਦੀ ਹੈ, ਇਹਨਾਂ ਨੇ ਟਵਿੱਟਰ ਤੇ ਹੈਸ਼ਟੈਗ ਟ੍ਰੈਂਡ ਕਿਵੇਂ ਕੀਤੇ ਹਨ, ਇਹੀ ਗੱਲਾਂ ਤੇ ਹੈਰਾਨ ਹੋਏ ਫਿਰਦੇ ਨੇ ਤੇ ਇਹਨਾਂ ਨੂੰ ਗਲਤ ਦਿਖਾ ਰਹੇ ਹਨ। ਉਹਨਾਂ ਲੋਕਾਂ ਨੂੰ ਪੁੱਛਣ ਵਾਲਾ ਹੋਵੇ ਕਿ ਕਿਸਾਨਾਂ ਦੇ ਜਵਾਕ ਵੀ ਪੜ੍ਹੇ ਲਿਖੇ ਹੋਏ ਹਨ, ਉਹ ਖੇਤਾਂ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਨੇ। ਤੇ ਦੋਸਤੋ, ਇਸੇ ਹੀ ਆਈਫੋਨ ਵਾਲੀ ਗੱਲ ਤੇ ਜਦੋਂ ਇੱਕ ਅੰਧ ਭਗਤ ਨੇ ਟਵੀਟ ਕੀਤਾ ਕਿ ਕਿसान आंदोलन में शामिल गाजीपुर बॉर्डर पर एक किसान का तकरीबन 1.5 लाख का आईफोन चोरी हो गया है। किसान को इतना महंगा फोन आया किथों? इस अंधभक्त ਨੂੰ ਜੈਜੀਬੀ ਦੇ ਦੋਸਤ जस्सी ने जवाब देते हुए कहा, कहना क्या चाहते हो आप? किसान आईफोन नहीं खरीद सकता, आईफोन कोई बड़ी चीज नहीं है। पंजाब के लोग तो फोन का VIP नंबर इतने में खरीद लेते हैं जितनी आपकी एक महीने की सैलरी होगी। ये मोटा मारना बंद करो, आप अच्छे पत्रकार थे, मैं आपको दलालों की लिस्ट में नहीं दिखाना चाहता। ਇਹ ਹੈ ਨੈਸ਼ਨਲ ਮੀਡੀਆ ਤੇ ਅੰਧ ਭਗਤਾਂ ਦਾ ਹਾਲ। ਮੋਦੀ 10 ਲੱਖ ਦਾ ਸੂਟ ਪਾਉਂਦਾ, ਉਸ ਨੂੰ ਵੀ ਕੋਈ ਪੁੱਛ ਲਵੋ ਕਿ ਲੋਕਾਂ ਦੇ ਪੈਸੇ ਸਿਰਫ ਆਪਣੇ ਦਿਖਾਵੇ ਤੇ ਖਰਚ ਕਰਨੇ ਆ ਕਿ ਲੋਕਾਂ ਦੀ ਭਲਾਈ ਦਾ ਵੀ ਕੋਈ ਕੰਮ ਕਰੂ। ਪਬਲਿਕ ਸੈਕਟਰ ਪ੍ਰਾਈਵੇਟ ਕਰਨ ਤੇ ਲੱਗਾ ਹੈ। ਤੇ ਦੋਸਤੋ, ਇੱਥੇ ਅਸੀਂ ਬਾਲੀਵੁੱਡ ਵਾਲਿਆਂ ਦੀ ਜ਼ਰੂਰ ਗੱਲ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਕਾਫੀ ਕੁਝ ਸੁਣਾ ਰਹੇ ਹਨ, ਖਾਸ ਕਰ ਉਹ ਲੋਕ ਜੋ ਪੰਜਾਬ ਵਿੱਚੋਂ ਹੀ ਆਪਣੀ ਪਹਿਚਾਣ ਬਣਾ ਕੇ ਬਾਲੀਵੁੱਡ ਵਿੱਚ ਗਏ ਹਨ ਤੇ ਇਹਨਾਂ ਦੀਆਂ ਪੋਸਟਾਂ ਹੇਠ ਕਮੈਂਟ ਲੋਕ ਕਰ ਰਹੇ ਹਨ ਕਿ ਕਿਸਾਨਾਂ ਬਾਰੇ ਬੋਲੋ। ਇੱਥੇ ਪਹਿਲਾਂ ਸ਼ਹਨਾਜ਼ ਗਿੱਲ ਦੀ ਗੱਲ ਕਰ ਲਈਏ, ਉਸਨੇ ਹਲੇ ਤੱਕ ਕਿਸਾਨਾਂ ਬਾਰੇ ਇੱਕ ਵੀ ਪੋਸਟ ਨਹੀਂ ਪਾਈ। ਲੋਕ ਕਹਿ ਰਹੇ ਹਨ ਕਿ ਉਸਦਾ ਪੰਜਾਬ ਪ੍ਰਤੀ ਕੋਈ ਫਰਜ਼ ਨਹੀਂ ਬਣਦਾ। ਅਕਸ਼ੇ ਕੁਮਾਰ, ਰਣਵੀਰ ਸਿੰਘ, ਉਹਨਾਂ ਦੀਆਂ ਪੋਸਟਾਂ ਹੇਠ ਵੀ ਇਹੀ ਚੀਜ਼ ਹੋ ਰਹੀ ਹੈ। ਲੋਕ ਕਮੈਂਟ ਕਰ ਰਹੇ ਹਨ ਕਿ ਕਿਸਾਨਾਂ ਦੀ ਸਪੋਰਟ ਕਰੋ, ਪਰ ਉਹ ਡਿਲੀਟ ਕਰ ਦਿੱਤੇ ਜਾਂਦੇ ਹਨ। ਪਰ ਸੱਚਾਈ ਤਾਂ ਆਖਰ ਸੱਚਾਈ ਹੀ ਰਹੇਗੀ ਕਿ ਤੁਹਾਡੀ ਅਸਲ ਪਹਿਚਾਣ ਪੰਜਾਬ ਦੇ ਲੋਕਾਂ ਕਰਕੇ ਹੋਈ ਹੈ। ਪਰ ਇਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਕਿਸਾਨਾਂ ਬਾਰੇ ਕੋਈ ਪੋਸਟ ਨਹੀਂ ਪਾਈ। ਤੇ ਦੋਸਤੋ, ਅਜੇ ਦੇਵਗਨ ਨੇ ਜੋ ਨਵੀਂ ਫਿਲਮ ਦਾ ਟ੍ਰੇਲਰ ਪਾਇਆ ਹੈ, ਉਸੇ ਹੇਠ ਵੀ ਕਿਸਾਨਾਂ ਬਾਰੇ ਕਮੈਂਟ ਆ ਰਹੇ ਹਨ ਕਿ ਸਾਨਾ ਆਫ ਸਰਦਾਰ ਫਿਲਮ 'ਚ ਤੁਸੀਂ ਪੰਜਾਬੀ ਬਣੇ ਸੀ ਤੇ ਹੁਣ ਤੁਹਾਡੀ ਪੰਜਾਬ ਨੂੰ ਲੋੜ ਹੈ। ਪਰ ਇਹਨਾਂ ਬਾਲੀਵੁੱਡ ਵਾਲਿਆਂ ਦੇ ਕੰਨ ਤੇ ਜੂ ਨਹੀਂ ਸਰਕਦੀ। ਅਕਸ਼ੇ ਕੁਮਾਰ ਦੀਆਂ ਪੋਸਟਾਂ ਹੇਠ ਵੀ ਕਿਸਾਨਾਂ ਵਾਲੇ ਕਮੈਂਟ ਡਿਲੀਟ ਹੋ ਚੁੱਕੇ ਹਨ। ਸੋ ਕਿਸਾਨਾਂ ਬਾਰੇ ਕੋਈ ਗੱਲ ਕਰਕੇ ਨਹੀਂ ਰਾਜੀ, ਪਰ ਪੰਜਾਬ ਦੇ ਲੋਕਾਂ ਨੇ ਵੀ ਫੈਸਲਾ ਸੁਣਾ ਦਿੱਤਾ ਹੈ ਕਿ ਬਾਲੀਵੁੱਡ ਵਾਲਾ ਕੋਈ ਵੀ ਪੰਜਾਬ ਵਿੱਚ
ਨਹੀਂ ਆਵੇਗਾ। ਇਹਨਾਂ ਨੇ ਸਾਡਾ ਕਲਚਰ ਫਿਲਮਾਂ ਤੱਕ ਸੀਮਿਤ ਰੱਖਿਆ ਤੇ ਪੱਗ ਬੰਨਣ ਦਾ ਵੀ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਜੇ ਇਹ ਲੋਕ ਉਹਨਾਂ ਦੇ ਮਾਇਨੇ ਹੀ ਨਾ ਸਮਝ ਸਕੇ। ਬਹੁਤ ਦੁੱਖ ਹੋਇਆ ਕਿ ਇਹਨਾਂ ਨੇ ਕਿਸਾਨਾਂ ਬਾਰੇ ਕੋਈ ਕਲਿੱਪ ਤੱਕ ਨਹੀਂ ਪਾਈ। ਜੇ ਇਹਨਾਂ ਨੇ ਪੂਰੀ ਗੱਲ ਨਹੀਂ ਕਰਨੀ ਤਾਂ ਇਹਨਾਂ ਦਾ ਜ਼ਰੂਰ ਕਹਿ ਸਕਦੇ ਸੀ ਕਿ ਸਰਕਾਰ ਨੂੰ ਕਿਸਾਨਾਂ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇੰਨੀ ਠੰਡ ਵਿੱਚ ਇਹ ਕਿਸਾਨ ਰਹਿ ਕਿਵੇਂ ਰਹੇ ਹਨ। ਹਾਲ ਹੀ ਪ੍ਰੀਟੀ ਜੰਟਾ ਨੇ ਜ਼ਰੂਰ ਸਪੋਰਟ ਕੀਤੀ ਹੈ। ਪਹਿਲਾਂ ਵੀ ਉਸਨੇ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਸਰਕਾਰ ਨੂੰ ਕਿਸਾਨਾਂ ਨਾਲ ਮਾਮਲਾ ਛੇਤੀ ਸੁਲਝਾ ਲੈਣਾ ਚਾਹੀਦਾ ਹੈ, ਕਿਉਂਕਿ ਇੰਨੀ ਠੰਡ ਤੇ ਕਰੋਨਾ ਕਰਕੇ ਇਹਨਾਂ ਲੋਕਾਂ ਦਾ ਬਹੁਤ ਔਖਾ ਹੈ। ਤੇ ਹਾਲ ਹੀ ਉਸਨੇ ਕਿਸਾਨਾਂ ਤੇ ਸਰਕਾਰ ਦੀਆਂ 2-3 ਪਿਕ ਵੀ ਲਾਈਕ ਕੀਤੀਆਂ ਹਨ ਤੇ ਇਹਨਾਂ ਪੋਸਟਾਂ ਵਿੱਚ ਉਸਨੇ ਰੱਬ ਰਾਖਾ ਹੈਸ਼ਟੈਗ ਯੂਜ਼ ਕੀਤਾ। ਜੇ ਕਿਸਾਨਾਂ ਦੀ ਪਰਵਾਹ ਸਰਕਾਰ ਨਹੀਂ ਕਰ ਰਹੀ ਤਾਂ ਸੱਚੀ ਹੀ ਇਹਨਾਂ ਦਾ ਰੱਬ ਰਾਖਾ ਹੈ, ਪਰ ਕਿਸਾਨ ਇਹਨਾਂ ਸਰਕਾਰਾਂ ਨੂੰ ਤੇ ਬਾਲੀਵੁੱਡ ਵਾਲਿਆਂ ਨੂੰ ਪੰਜਾਬ ਵਿੱਚ ਵੜਨ ਨਹੀਂ ਦੇਵੇਗੀ, ਇਹਨਾਂ ਤਾਂ ਜ਼ਰੂਰ ਤੈਅ ਹੋ ਚੁੱਕਾ ਹੈ। ਤੇ ਦੋਸਤੋ ਦੂਜੇ ਪਾਸੇ ਬਾਬਾ ਰਾਮਦੇਵ ਜਿਸ ਨੇ ਕਿ ਆਪਣੀ ਇੰਟਰਵਿਊ ਵਿੱਚ ਕਿਸਾਨੀ ਬਿੱਲਾਂ ਬਾਰੇ ਗੱਲ ਕਰਦੇ ਕਿਹਾ ਕਿ ਕਿਸਾਨ ਨਾ ਸਮਝਨੇ ਤੇ ਇਹਨਾਂ ਨੂੰ ਮੋਦੀ ਦਾ ਲੌਜਿਕ ਸਮਝ ਨਹੀਂ ਆ ਰਿਹਾ। ਉਹਨਾਂ ਨੇ ਹੁਣ ਬਾਬਾ ਰਾਮਦੇਵ ਦੇ ਪ੍ਰੋਡਕਟਾਂ ਦਾ ਵੀ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ। ਟਵਿੱਟਰ ਤੇ ਬਾਈਕਾਟ ਪਤੰਜਲੀ ਇਹ ਟ੍ਰੈਂਡ ਕਰ ਰਿਹਾ ਹੈ। EVM ਹਟਾਓ ਕਿਸਾਨ ਬਚਾਓ ਇਹ ਹੈਸ਼ਟੈਗ ਵੀ ਟ੍ਰੈਂਡ ਹੋ ਰਿਹਾ ਹੈ। ਇਹਨਾਂ ਗੱਲਾਂ ਤੋਂ ਹੀ ਕਿਸਾਨਾਂ ਦੀ ਪਾਵਰ ਦਾ ਪਤਾ ਲੱਗਦਾ ਹੈ। ਜੋ ਵੀ ਇਹਨਾਂ ਬਿੱਲਾਂ ਨੂੰ ਸਹੀ ਕਹਿ ਰਹੇ ਹਨ, ਇਸ ਦੇ ਆਉਣ ਵਾਲੇ ਸਮੇਂ ਵਿੱਚ ਨਤੀਜੇ ਪੜ ਲੈਣ ਫਿਰ ਇਸ ਬਾਰੇ ਗੱਲ ਕਰਨ। ਅੱਧੀ ਅਧੂਰੀ ਇਨਫੋਰਮੇਸ਼ਨ ਸਾਰਿਆਂ ਨੂੰ ਡੋਬ ਦੇਵੇਗੀ। ਸੋ ਜੇ ਕਿਸੇ ਵੀ ਵੀਰ ਭਰਾ ਭੈਣ ਨੇ ਕਿਸਾਨਾਂ ਦੇ ਖਿਲਾਫ ਬਿਆਨ ਦੇਣੇ ਹਨ ਤਾਂ ਉਹ ਦਿੱਲੀ ਧਰਨੇ ਤੇ ਜਾ ਕੇ ਬਿਆਨ ਦੇਵੋ। ਫਿਰ ਕੋਲ ਖੜੇ ਕਿਸਾਨ ਦੱਸ ਵੀ ਦੇਣਗੇ ਕਿ ਕੀ ਲਾਭ ਹਾਨੀਆਂ ਨੇ ਇਸ ਬਿੱਲ ਦੀਆਂ। ਤੇ ਦੋਸਤੋ ਅੰਨਾ ਹਜ਼ਾਰੇ ਉਹ ਵੀ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਲੱਗਾ ਹੈ। ਉਸਨੇ ਕਿਹਾ ਕਿ ਜੇ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਤਾਂ ਉਹ ਭੁੱਖ ਹੜਤਾਲ ਤੇ ਬੈਠ ਜਾਵੇਗਾ। ਸੋ ਇਹ ਅੰਦੋਲਨ ਹੁਣ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪੰਜਾਬੀ ਸਿੰਗਰ ਵੀ ਆਪਣੇ ਕੰਮਕਾਜਾਂ ਵਿੱਚੋਂ ਟਾਈਮ ਕੱਢਦੇ ਹੋਏ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ ਤੇ ਸਿੱਧੂ ਉਹ ਵੀ ਕੁਝ ਦਿਨਾਂ ਤੱਕ ਦੁਬਾਰਾ ਦਿੱਲੀ ਜਾਣ ਲਈ ਤਿਆਰ ਹੈ। ਤੇ ਸਿੱਧੂ ਦਾ ਦੋਸਤ ਅਮਰਤ ਮਾਨ ਜੋ ਕਿ ਕੱਲ ਸਿੱਧੂ ਨੂੰ ਮਿਲਿਆ ਤੇ ਸਿੱਧੂ ਦੀ ਮੂਸਾ ਜੱਟ ਫਿਲਮ ਵਿੱਚ ਵੀ ਉਹ ਨਜ਼ਰ ਆਉਣ ਵਾਲਾ ਹੈ, ਉਹ ਵੀ ਅੱਜ ਦਿੱਲੀ ਰਵਾਨਾ ਹੋ ਗਿਆ ਹੈ। ਸਿੰਗਰ ਜਿੰਨਾ ਹੋ ਸਕਦਾ ਹੈ ਆਪਣਾ ਯੋਗਦਾਨ ਦੇ ਰਹੇ ਹਨ, ਕਿਉਂਕਿ ਜਿਹੜੀ ਹੁਣ ਖਬਰ ਚੱਲ ਰਹੀ ਆ ਬੜੀ ਤੇਜ਼ੀ ਨਾਲ ਚੱਲ ਰਹੀ ਆ, ਬੜਾ ਭੜਕਾਊ ਮੁੱਦਾ ਉਸ ਤੇ ਚੱਲ ਰਿਹਾ। ਕਿਉਂਕਿ ਜੋ ਰਾਜੇਵਾਲ ਜੀ ਨੇ ਬਿਆਨ ਦਿੱਤਾ, ਰਾਜੇਵਾਲ ਜੋ ਕਿ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਨੇਗੇ, ਕਿਸੇ ਆਪਣੇ ਗਰੁੱਪ ਦੇ 31 ਗਰੁੱਪ ਨੇਗੇ, ਉਹਨਾਂ ਨੇ ਕੁਝ ਕਹਿਤਾ। ਸਭ ਤੋਂ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹਣਾ ਵੀ ਖਾਲਸਾ ਪੰਥ ਸਾਡੀ ਸ਼ਾਨ ਆ, ਸਾਡੀ ਜਾਨ ਆ, ਸਾਡੀ ਜਿੰਦ ਜਾਨ ਆ। ਕੇਸਰੀ ਝੰਡੇ ਸਾਡੀ ਜਾਨ ਨੇਗੇ, ਸਾਡੀ ਸ਼ਾਨ ਨੇ, ਨਿਸ਼ਾਨ ਸਾਹਿਬ ਸਾਡੀ ਜਾਨ ਨੇਗੇ। ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਬਿਆਨ ਦਿੱਤਾ ਜੋ ਕਿ ਭੜਕਾਊ ਬਿਆਨ ਆ, ਹਨਾ। ਕੋਈ ਉਹਨਾਂ ਨੂੰ ਬਿਆਨ ਨਹੀਂ ਦੇਣਾ ਚਾਹੀਦਾ ਸੀਗਾ। ਜੇ ਕਿਸੇ ਇੱਕ ਬੰਦੇ ਨੇ ਬਿਆਨ ਦਿੱਤਾ ਤਾਂ ਅਸੀਂ ਮੋਰਚਾ ਨਹੀਂ ਖਰਾਬ ਕਰ ਸਕਦੇ ਸੀ, ਲੜਾਈ ਨਹੀਂ ਖਰਾਬ ਕਰ ਸਕਦੇ। ਹੁਣ ਬਾਰ-ਬਾਰ ਜਿਹੜੀਆਂ ਪੋਸਟਾਂ ਪੈ ਰਹੀਆਂ ਨੇ ਉਹ ਗਲਤ ਪੈ ਰਹੀਆਂ ਨੇ। ਕੋਈ ਵੀ ਨੈਗੇਟਿਵ ਪੋਸਟ ਨਾ ਪਾਓ। ਸਾਡੀ ਅਣਖ ਦੀ ਲੜਾਈ ਆ, ਸਾਡੀ ਇੱਜ਼ਤ ਦੀ ਲੜਾਈ ਆ, ਸਾਡੀ ਮਿਹਨਤ ਦੀ ਲੜਾਈ, ਸਾਡੀ ਮਿਹਨਤ ਆ, ਇਸ ਨੂੰ ਖਰਾਬ ਨਾ ਕੀਤਾ ਜਾਵੇ ਜੇ ਕਿਸੇ ਨੇ ਬੰਦੇ ਨੇ ਗਲਤ ਬਿਆਨ ਦਿੱਤਾ। ਤੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ, ਸਾਡੀ ਉਸ ਕਿਸੇ ਵੀ ਗੱਲ ਤੇ ਉਸ ਤੇ ਧਿਆਨ ਨਾ ਦਿੱਤਾ ਜਾਵੇ। ਸਭ ਤੋਂ ਜ਼ਰੂਰੀ ਬੇਨਤੀ ਇਹੀ ਆ, ਜੇਕਰ ਦਿੱਲੀ ਡਰੀ ਆ, ਘਬਰਾਈ ਆ, ਉਹ ਸਾਡੇ ਸਿੱਖ ਪੰਥ ਨੂੰ ਕੇਸਰੀ ਨਿਸ਼ਾਨਾਂ ਤੋਂ ਘਬਰਾਈ ਆ, ਕਿਉਂਕਿ ਸਾਡੇ ਸਿੰਘਾਂ ਦੇ ਉੱਤੇ ਘੋੜੇ ਫਿਰਦੇ ਨੇਗੇ, ਉਹਨਾਂ ਤੋਂ ਘਬਰਾਈ ਆ। ਫੌਜਾਂ ਪ੍ਰਤੀ ਉਹਨੇ ਗਲਤ ਬਿਆਨ ਦਿੱਤਾ, ਸਾਡੇ ਸਿੱਖ ਪੰਥ ਦੀਆਂ ਫੌਜਾਂ ਪ੍ਰਤੀ ਜੋ ਕਿ ਸਾਡੇ ਕੇਸਰੀ ਨਿਸ਼ਾਨਾਂ ਦੀਆਂ ਫੌਜਾਂ ਸੰਬੰਧੀ। ਉਸ ਗੱਲ ਤੇ ਧਿਆਨ ਨਹੀਂ ਦੇਣਾ ਚਾਹੀਦਾ। ਫੇਸਬੁੱਕ ਤੇ YouTube ਤੇ ਜਿੰਨੇ ਵੀ ਆਉਂਦੇ ਨੇਗੇ ਉਹਨਾਂ ਨੂੰ ਸ਼ੇਅਰ ਨਾ ਕੀਤਾ ਜਾਵੇ, ਗਲਤ ਅਫਵਾਹ ਨੇ। ਕਿਉਂਕਿ ਜੇ ਲੜਾਈ ਹਾਰ ਗਏ ਤਾਂ ਇਹ ਸਮਝ ਲਓ ਵੀ ਅਸੀਂ ਸਾਡੀ ਇੱਜ਼ਤ, ਸਾਡੀ ਅਣਖ ਤੇ ਇੱਜ਼ਤ ਦੀ ਲੜਾਈ ਆ, ਸਾਡੀ ਨੱਕ ਵੱਢੀ ਜਾਊਗੀ। ਇਸ ਕਰਕੇ ਜੇ ਇਹ ਲੜਾਈ ਹਾਰ ਗਏ ਪੰਜਾਬ ਦੇ ਵਿੱਚ, ਮੈਂ ਕਦੇ ਪੰਜਾਬ ਦੇ ਵਿੱਚ ਨਹੀਂ ਰਹੂੰਗਾ। ਮੈਂ ਇਹ ਗੱਲ ਦੱਸਣਾ ਚਾਹਣਾ, ਇਹ ਲੜਾਈ ਜਿੰਦ ਜਾਣ ਲੱਗ ਕੇ ਸ਼ੁਰੂ ਤੋਂ ਲੈ ਕੇ ਲੜਾਈ ਇਹ ਲੜਦੇ ਆ ਰਹੇ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਤੇ ਦੋਸਤੋ ਜੇ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ Instagram ਅਕਾਊਂਟ ਤੇ ਭੇਜ ਸਕਦੇ ਹੋ। ਤੇ ਦੋਸਤੋ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।